ਹੈਲੋ ਬੱਚਿਓ, ਕਿਵੇਂ ਹੋ ਤੁਸੀਂ ਸਾਰੇ? ਠੀਕ ਹੋ ਨਾ? ਮੈਂ ਤੁਹਾਡੀ ਰੇਨੂ ਮੈਮ ਅਤੇ ਅੱਜ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣ ਜਾ ਰਹੀ ਹਾਂ, ਇੰਗਲਿਸ਼ ਦੀ ਸਟੋਰੀ, ਜਿਸ ਸਟੋਰੀ ਦਾ ਨਾਮ ਹੈਗਾ ਅਬਦੁਲ ਹਾਮਿਦ। ਜਿਹੜੀ ਅਬਦੁਲ ਹਾਮਿਦ ਨਾਮ ਦੀ ਸਟੋਰੀ ਹੈ ਨਾ ਬੇਟੇ, ਇਹ ਇੱਕ ਬਹੁਤ ਹੀ ਬਰੇਵ ਸੋਲਜਰ ਦੀ ਸਟੋਰੀ ਆ। ਲੇਕਿਨ ਇਹ ਸਟੋਰੀ ਜਿਹੜੀ ਆਪਣੇ ਲੈਸਨ ਦੇ ਵਿੱਚ ਹੈਗੀ ਆ ਤਾਂ ਇਸ ਤਰੀਕੇ ਦੇ ਨਾਲ ਹੈ ਕਿ ਇੱਕ ਟੀਚਰ ਜਿਹੜਾ ਨਾ, ਇੱਕ ਟੀਚਰ ਆਪਣੀ ਕਲਾਸ ਦੇ ਵਿੱਚ ਆਪਣੇ ਬੱਚਿਆਂ ਨੂੰ ਸਟੋਰੀ ਸੁਣਾ ਰਿਹਾ, ਤਾਂ ਆਪਾਂ ਉਸੇ ਤਰੀਕੇ ਦੇ ਨਾਲ ਹੀ ਇਹਨੂੰ ਰੀਡ ਕਰਾਂਗੇ, ਉਵੇਂ ਸਮਝਾਂਗੇ। ਲੇਕਿਨ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਅੱਜ ਮੈਂ ਤੁਹਾਨੂੰ ਵੋਕੈਬਲਰੀ ਜਿਹੜੀ ਆ ਉਹ ਲੈਸਨ ਦੇ ਸਟਾਰਟਿੰਗ ਵਿੱਚ ਨਹੀਂ ਕਰਾਉਣੀ, ਜਿਵੇਂ ਕਿ ਮੈਂ ਬਾਕੀ ਪੋਇਮਸ ਜਾਂ ਲੈਸਨਸ ਦੇ ਵਿੱਚ ਕਰਾਉਣੀ ਆ। ਇਸ ਕਰਕੇ ਇਹ ਜ਼ਰੂਰੀ ਆ ਕਿ ਤੁਸੀਂ ਅੱਜ ਆਪਣਾ ਨੋਟਬੁੱਕ ਅਤੇ ਆਪਣੇ ਪੈਨ ਜਿਹੜਾ ਹੈ ਲੈ ਕੇ ਬੈਠੋ। ਮੈਂ ਜਿਵੇਂ ਜਿਵੇਂ ਪੈਸੇਜ ਨੂੰ ਰੀਡ ਕਰੂੰਗੀ ਉਵੇਂ ਉਵੇਂ ਉਹਦੇ ਵਿੱਚ ਜੋ ਵੋਕੈਬਲਰੀ ਆਊਗੀ, ਜੋ ਉਹਦੇ ਵਿੱਚ ਹੋਰ ਕੰਪੋਜੀਸ਼ਨ ਦਾ ਕੰਮ ਆਉਣਾ ਹੈ, ਗ੍ਰਾਮਰ ਦਾ ਕੰਮ ਆਉਣਾ ਹੈ, ਕੋਈ ਡਿਗਰੀਜ਼, ਵਰਬਸ, ਉਹ ਮੈਂ ਤੁਹਾਨੂੰ ਨਾਲ ਨਾਲ ਹੀ ਦੱਸਣੀਆਂ ਨੇ। ਅਤੇ ਇਸ ਤੋਂ ਇਲਾਵਾ ਜਦੋਂ ਲੈਸਨ ਦੇ ਐਂਡ ਦੇ ਵਿੱਚ, ਸਟੋਰੀ ਦੇ ਐਂਡ ਦੇ ਵਿੱਚ ਜੋ ਮੈਂ ਤੁਹਾਨੂੰ ਐਕਸਰਸਾਈਜ਼ ਕਰਾਉਣੀ ਆ ਤਾਂ ਫਿਰ ਉਹ ਉਹਦੇ ਅਕੋਰਡਿੰਗ ਹੀ ਕਰਵਾਉਣੀ ਆ। ਦੈਟਸ ਵਾਈ ਆਈ ਵਾਂਟ ਦੈਟ ਕਿ ਤੁਸੀਂ ਆਪਣੀਆਂ ਨੋਟਬੁੱਕਸ ਅਤੇ ਆਪਣੇ ਪੈਨਸ ਬੇਟੇ ਲੈ ਕੇ ਬੈਠੋ। ਅਤੇ ਮੈਂ ਤੁਹਾਨੂੰ ਹੁਣ ਇੱਕ ਬਹੁਤ ਹੀ ਬਰੇਵ ਸੋਲਜਰ, ਇੰਡੀਅਨ ਬਰੇਵ ਸੋਲਜਰ ਅਬਦੁਲ ਹਾਮਿਦ ਦੀ ਸਟੋਰੀ ਸੁਣਾਉਣ ਜਾ ਰਹੀ ਹਾਂ। ਚਲੋ ਫਿਰ ਮੈਂ ਰੀਡ ਕਰਦੀ ਹਾਂ ਅਤੇ ਤੁਸੀਂ ਸੁਣੋ। ਹਾਂਜੀ ਬੱਚਿਓ, ਤਾਂ ਦੇਖੋ ਵੀ ਇੱਥੇ ਮਿਸਟਰ ਵਰਮਾ ਨਾਮ ਦੇ ਇੱਕ ਟੀਚਰ ਹੈ ਜਿਹੜੇ ਕਿ ਆਪਣੀ ਕਲਾਸ ਨੂੰ ਸਟੋਰੀ ਸੁਣਾ ਰਹੇ ਆ। ਦੇਖੋ ਆ ਮਿਸਟਰ ਵਰਮਾ ਦੀ ਪਿਕਚਰ ਦਿਖਾਈ ਹੋਈ ਆ, ਤਾਂ ਇਹ ਅਬਦੁਲ ਹਾਮਿਦ ਦੀ ਪਿਕਚਰ ਆ। ਠੀਕ ਹੈ, ਤਾਂ ਚਲੋ ਆਪਾਂ ਫਿਰ ਪੜ੍ਹਦੇ ਹਾਂ। ਦਿਸ ਇਜ਼ ਕਲਾਸ 8th, ਇਹ ਕਲਾਸ 8th ਹੈ। ਮਿਸਟਰ ਵਰਮਾ ਦ ਕਲਾਸ ਟੀਚਰ ਇਜ਼ ਟੈਲਿੰਗ ਦ ਕਲਾਸ ਅ ਸਟੋਰੀ। ਮਿਸਟਰ ਵਰਮਾ ਜਿਹੜੇ ਕਿ ਇਸ ਕਲਾਸ ਦੇ ਅਧਿਆਪਕ ਨੇ, ਉਹ ਕਲਾਸ ਨੂੰ ਸਟੋਰੀ ਸੁਣਾ ਰਹੇ ਨੇ। ਇਟ ਇਜ਼ ਦ ਸਟੋਰੀ ਆਫ ਅ ਬਰੇਵ ਸੋਲਜਰ। ਚਲੋ ਹੁਣ ਆਪਣੀ ਪੈਨ ਅਤੇ ਕਾਪੀ ਤੁਸੀਂ ਫੜੀ ਹੋਈ ਹੈ ਨਾ। ਬਰੇਵ ਮਤਲਬ ਲਿਖੋ ਬਹਾਦਰ, ਸੋਲਜਰ ਹੁੰਦਾ ਸਿਪਾਹੀ। ਤਾਂ ਇਹ ਇੱਕ ਬਰੇਵ ਸੋਲਜਰ ਦੀ, ਬਹਾਦਰ ਸਿਪਾਹੀ ਦੀ ਕਹਾਣੀ ਹੈ, ਨੇਮਡ ਅਬਦੁਲ ਹਾਮਿਦ, ਜਿਨ੍ਹਾਂ ਦਾ ਨਾਮ ਕੀ ਹੈ? ਅਬਦੁਲ ਹਾਮਿਦ। ਹੀ ਵਾਜ਼ ਅ ਕੰਪਨੀ ਕੁਆਰਟਰ ਮਾਸਟਰ ਹਵਲਦਾਰ ਇਨ ਦਾ ਇੰਡੀਅਨ ਆਰਮੀ। ਆਰਮੀ ਕੀ ਹੁੰਦੀ ਆ? ਫੌਜ। ਭਾਰਤੀ ਫੌਜ ਦੇ ਵਿੱਚ ਉਹ ਕੰਪਨੀ ਕੁਆਰਟਰ ਮਾਸਟਰ ਹਵਲਦਾਰ ਸੀ। ਹੀ ਵਾਜ਼ ਅ ਵੈਰੀ ਬਰੇਵ ਸੋਲਜਰ, ਉਹ ਬਹੁਤ ਹੀ ਬਹਾਦਰ ਸਿਪਾਹੀ ਸਨ। ਹੀ ਫੌਟ ਇਨ ਦ 1965 ਵਾਰ ਬਿਟਵੀਨ ਇੰਡੀਆ ਐਂਡ ਪਾਕਿਸਤਾਨ। ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿਹੜੀ 1965 ਦੇ ਵਿੱਚ ਜੰਗ ਹੋਈ, ਲੜਾਈ ਹੋਈ, ਉਹਦੇ ਵਿੱਚ ਉਹ ਲੜੇ ਸੀ। ਤੁਹਾਨੂੰ ਪਤਾ ਹੋਣਾ ਚਾਹੀਦਾ ਬੇਟੇ ਕਿ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਇੱਕ ਫਾਈਟ 1965 'ਚ ਹੋਈ, ਇੱਕ 71 ਦੇ ਵਿੱਚ ਹੋਈ ਅਤੇ ਇੱਕ ਕਾਰਗਿਲ ਦੀ ਵਾਰ 1909 ਦੇ ਵਿੱਚ ਹੋਈ। ਠੀਕ ਹੈ, ਤਾਂ ਜਿਹੜੀ 1965 ਦੀ ਵਾਰ ਸੀ ਨਾ, ਇਸ ਵਾਰ ਦੇ ਵਿੱਚ ਅਬਦੁਲ ਹਾਮਿਦ ਨੇ ਜਿਹੜੀ ਹੈ ਆਪਦੀ ਸ਼ਹਾਦਤ ਦਿੱਤੀ ਸੀ। ਚਲੋ ਫਿਰ ਹੁਣ ਮਿਸਟਰ ਵਰਮਾ ਨੇ ਕਿਸ ਤਰ੍ਹਾਂ ਸਟੋਰੀ ਸੁਣਾਈ ਆਪਣੇ ਸਟੂਡੈਂਟਸ ਨੂੰ, ਉਸ ਤਰ੍ਹਾਂ ਮੈਂ ਤੁਹਾਨੂੰ ਸੁਣਾਉਣੀ ਆ। ਓਕੇ ਬੇਟੇ, ਤਾਂ ਮਿਸਟਰ ਵਰਮਾ, ਇੱਥੇ ਮਿਸਟਰ ਵਰਮਾ ਕੀ ਕਹਿ ਰਹੇ ਨੇ? ਮਿਸਟਰ ਵਰਮਾ ਸਟੋਰੀ ਸੁਣਾ ਰਹੇ ਨੇ, ਤਾਂ ਮਤਲਬ ਇਹ ਇੱਕ ਤਰ੍ਹਾਂ ਦਾ ਸਟੂਡੈਂਟਸ ਅਤੇ ਟੀਚਰਸ ਦੇ ਵਿੱਚ ਆਮਣੇ ਸਾਹਮਣੇ ਗੱਲਬਾਤ ਚੱਲ ਰਹੀ ਆ। ਤਾਂ ਇਟ ਇਜ਼ ਦਾ ਅਰਲੀ ਮਾਰਨਿੰਗ ਆਫ 10 ਸੈਪਟੰਬਰ 1965। ਤਾਂ ਮਿਸਟਰ ਵਰਮਾ ਨੇ ਜਿਹੜੀ ਸਟੋਰੀ ਸੁਣਾਈ ਹੈ ਨਾ, ਸਾਰੀ ਪ੍ਰੈਜ਼ੈਂਟ ਟੈਂਸ 'ਚ ਸੁਣਾਈ ਆ। ਚਾਹੇ ਜਿਹੜੀ ਇਹ ਵਾਰ ਹੋਈ ਸੀ 1965 'ਚ ਹੋਈ ਸੀ, ਪਾਸਟ ਟੈਂਸ ਦੇ ਵਿੱਚ ਸੀ, ਲੇਕਿਨ ਉਹਨਾਂ ਨੇ ਸਟੋਰੀ ਜਿਹੜੀ ਸੁਣਾਈ ਹੈ, ਤੁਸੀਂ ਧਿਆਨ ਰੱਖਣਾ ਹੈ ਕਿ ਦੇਖੋ ਇਸ ਦੀ ਇਸਤੇਮਾਲ ਕੀਤਾ ਨਾ, ਇਸ ਦਾ ਇਹਦਾ ਮਤਲਬ ਆ ਕਿ ਪ੍ਰੈਜ਼ੈਂਟ ਟੈਂਸ ਆ। ਇਟ ਇਜ਼ ਦਾ ਅਰਲੀ ਮਾਰਨਿੰਗ ਆਫ 10 ਸੈਪਟੰਬਰ 1965। 10 ਸਤੰਬਰ 1965 ਦੀ ਬੜੀ ਅਰਲੀ ਮਾਰਨਿੰਗ, ਯਾਨੀ ਬਹੁਤ ਸੁਬਹ ਦੀ ਗੱਲ ਹੈ, ਤੜਕੇ ਵੇਲੇ ਦੀ ਗੱਲ ਹੈ। ਇੰਡੀਆ ਇਜ਼ ਫਾਈਟਿੰਗ ਅਗੇਂਸਟ ਪਾਕਿਸਤਾਨ। ਭਾਰਤ ਪਾਕਿਸਤਾਨ ਦੇ ਖਿਲਾਫ ਲੜ ਰਿਹਾ ਹੈ। ਇਹ ਪਾਕਿਸਤਾਨੀ ਰੈਜੀਮੈਂਟ ਆਫ ਪੈਟਨ ਟੈਂਕਸ ਇਜ਼ ਮਾਰਚਿੰਗ ਔਨ ਦਾ ਭਿੱਖੀਵਿੰਡ ਅੰਮ੍ਰਿਤਸਰ ਰੋਡ। ਇਹ ਪਾਕਿਸਤਾਨੀ ਰੈਜੀਮੈਂਟ ਕੀ ਹੁੰਦਾ? ਜਿਵੇਂ ਸਪੋਜ਼ ਇੱਕ ਯੂਨਿਟ ਹੁੰਦੀ ਦਰਅਸਲ ਇਹ ਆਰਮੀ ਦੀ, ਫੌਜ ਦੀ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਸਾਡਾ ਸਕੂਲ ਆ, ਹੈ ਨਾ। ਤਾਂ ਮਤਲਬ ਇਸ ਤਰ੍ਹਾਂ ਆਰਮੀ ਦੇ ਵਿੱਚ ਵੀ ਨਾ ਡਿਫਰੈਂਟ ਚੀਜ਼ਾਂ ਵੰਡੀਆਂ ਹੋਈਆਂ ਹੁੰਦੀਆਂ ਨੇ, ਉਹਨੂੰ ਰੈਜੀਮੈਂਟ ਕਹਿ ਦਿੰਦੇ ਨੇ। ਇਹ ਪਾਕਿਸਤਾਨ ਰੈਜੀਮੈਂਟ ਆਫ ਪੈਟਨ ਟੈਂਕਸ। ਪੈਟਨ ਟੈਂਕਸ ਦੀ ਇੱਕ
टाइप है बेटे 1950 तो लैके 1950 तो लैके 1990 तक 1990 तक ਜਿਹੜੇ ਟੈਂਕਸ ਬਣੇ ਸੀ ਨਾ US ਆਰਮੀ ਦੇ ਵਿੱਚ ਬਣੇ ਸੀ ਉਹਨਾਂ ਨੂੰ ਪੈਟਨ ਟੈਂਕਸ ਦਾ ਨਾਮ ਦਿੱਤਾ ਗਿਆ ਸੀ। ਤਾਂ ਇਹ ਪਾਕਿਸਤਾਨੀ ਰੈਜੀਮੈਂਟ ਆਫ ਪੈਟਨ ਟੈਂਕਸ ਇਜ਼ ਮਾਰਚਿੰਗ ਔਨ ਦਾ ਭਿੱਖੀਵਿੰਡ ਅੰਮ੍ਰਿਤਸਰ ਰੋਡ। ਜਿਹੜਾ ਕਹਿ ਰਹੇ ਮਿਸਟਰ ਵਰਮਾ ਦੱਸ ਰਹੇ ਆ ਕਿ ਭਿੱਖੀਵਿੰਡ ਅੰਮ੍ਰਿਤਸਰ ਰੋਡ 'ਤੇ ਜਿਹੜੀ ਪਾਕਿਸਤਾਨੀ ਰੈਜੀਮੈਂਟ ਸੀ ਨਾ ਪੈਟਨ ਟੈਂਕਸ ਦੀ ਉਹ ਅੱਗੇ ਵੱਧ ਰਹੀ ਸੀ ਭਿੱਖੀਵਿੰਡ ਵਾਲੇ ਪਾਸੇ। ਤਾਂ ਮਾਰਚਿੰਗ ਕੀ ਹੁੰਦਾ ਅਗਾਂਹ ਵਧਣਾ। ਇਨ ਦਾ ਖੇਮਕਰਨ ਸੈਕਟਰ ਆਫ ਇੰਡੀਆ, ਭਾਰਤ ਦੇ ਖੇਮਕਰਨ ਇਲਾਕੇ ਦੇ ਵਿੱਚ ਸੈਕਟਰ ਦੇ ਵਿੱਚ, ਖੇਮਕਰਨ ਵੀ ਇੱਕ ਜਗ੍ਹਾ ਦਾ ਨਾਮ ਹੈ। ਇਟ ਹੈਜ਼ ਰੀਚਡ ਅ ਵਿਲੇਜ ਨੇਮਡ ਚੀਮਾ। ਇਹ ਜਿਹੜੇ ਰੈਜੀਮੈਂਟ ਸੀ ਨਾ ਇਹ ਕਿੱਥੇ ਪਹੁੰਚੀ, ਇਹ ਚੀਮਾ ਨਾਮ ਦੇ ਪਿੰਡ 'ਚ ਪਹੁੰਚੀ। ਦਿਸ ਵਿਲੇਜ ਇਜ਼ ਔਨ ਦਾ ਬਾਰਡਰ। ਇਹ ਪਿੰਡ ਜਿਹੜਾ ਬਾਰਡਰ 'ਤੇ ਸਥਿਤ ਹੈ। ਬਾਰਡਰ ਕੀ ਹੁੰਦਾ, ਦੋ ਕੰਟਰੀਜ਼ ਦੇ ਵਿਚਕਾਰ ਜਿਹੜੀ ਲਾਈਨ ਹੁੰਦੀ ਆ ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਬਾਰਡਰ ਕਹਿ ਦਿੰਦੇ ਆ। ਇਨ ਦਿਸ ਸੈਕਟਰ ਦਾ ਬੈਟਲ ਹੈਜ਼ ਬੀਨ ਗੋਇੰਗ ਔਨ ਸਿੰਸ ਸੈਪਟੰਬਰ 6। ਇਸ ਸੈਕਟਰ ਵਿੱਚ ਜਿਹੜੀ ਲੜਾਈ ਚੱਲ ਰਹੀ ਆ ਉਹ 6 ਸੈਪਟੰਬਰ ਤੋਂ ਚੱਲ ਰਹੀ ਆ। ਤੁਸੀਂ ਇੱਥੇ ਇੱਕ ਚੀਜ਼ ਸਿਰਫ ਇਹਦੀ ਟਰਾਂਸਲੇਸ਼ਨ ਨਹੀਂ ਸੁਣਨੀ ਗੀ, ਇਕੱਲੀ ਸਟੋਰੀ ਸੁਣਨੀ ਨਹੀਂ ਹੈ, ਕੁਛ ਚੀਜ਼ਾਂ ਨੂੰ ਇਹ ਸਮਝਣਾ ਹੈ। ਦੇਖੋ ਦ ਬੈਟਲ ਹੈਜ਼ ਬੀਨ ਗੋਇੰਗ ਔਨ ਸਿੰਸ ਸੈਪਟੰਬਰ 6 ਕਿ ਜਿਹੜੀ ਬੈਟਲ ਹੈ ਉਹ 6 ਸਤੰਬਰ ਤੋਂ ਚੱਲ ਰਹੀ ਹੈ। ਅਤੇ ਜਿਹੜੀ ਇਹ ਗੱਲ ਕਿਸ ਦਿਨ ਦੀ ਹੈ, 10 ਸੈਪਟੰਬਰ ਦੀ, 10 ਸੈਪਟੰਬਰ ਦੀ। ਇੱਥੇ ਹੈਜ਼ ਬੀਨ ਦਾ ਇਸਤੇਮਾਲ ਕੀਤਾ ਗਿਆ ਹੈ, ਯਾਨੀ ਇਹ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਹੈ। ਜਦੋਂ ਕੋਈ ਕੰਮ ਪਿਛਲੇ ਸਮੇਂ ਤੋਂ ਸ਼ੁਰੂ ਹੋਇਆ ਹੋਵੇ ਲੇਕਿਨ ਹਜੇ ਤੱਕ ਲਗਾਤਾਰ ਚੱਲ ਰਿਹਾ ਹੋਵੇ ਤਾਂ ਅਸੀਂ ਉਹਨੂੰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਯੂਜ਼ ਕਰਦੇ ਹਾਂ ਬੇਟੇ। ਜੇ ਪਰਫੈਕਟ ਟਾਈਮਿੰਗ ਪਤਾ ਹੋਵੇ ਤਾਂ ਉੱਥੇ ਸਿੰਸ ਦਾ ਇਸਤੇਮਾਲ ਕਰਦੇ ਹਾਂ, ਲੇਕਿਨ ਜੇ ਟਾਈਮਿੰਗ ਜਿਹੜੀ ਹੈ ਇਨਡੈਫੀਨਿਟ ਹੋਵੇ ਤਾਂ ਉੱਥੇ ਅਸੀਂ ਫॉर ਦਾ ਇਸਤੇਮਾਲ ਕਰਦੇ ਹਾਂ। ਤਾਂ ਇਸ ਤਰੀਕੇ ਦੇ ਨਾਲ ਜਿਹੜੀ ਉਹ ਰੈਜੀਮੈਂਟ ਸੀ ਨਾ ਉਹ ਖੇਮਕਰਨ ਸੈਕਟਰ ਵਾਲੇ ਪਾਸੇ ਵੱਧ ਰਹੀ ਸੀ, ਚੀਮਾ ਪਿੰਡ ਵਾਲੇ ਪਾਸੇ। ਅਤੇ ਜਿਹੜੀ ਇਹ ਲੜਾਈ ਸੀ ਕਦੋਂ ਤੋਂ ਚੱਲ ਰਹੀ ਸੀ, 6 ਸਤੰਬਰ ਤੋਂ ਚੱਲ ਰਹੀ ਸੀ। ਹੇਅਰ ਹਵਲਦਾਰ ਅਬਦੁਲ ਹਾਮਿਦ ਆਫ 4 ਗ੍ਰੇਨੇਡੀਅਰਸ ਐਂਡ ਦ ਅਦਰ ਸੋਲਜਰਸ ਆਫ ਹਿਸ ਕੰਪਨੀ ਆਰ ਵੇਟਿੰਗ ਟੂ ਫੇਸ ਦਾ ਪਾਕਿਸਤਾਨੀ ਆਰਮੀ। ਹੇਅਰ ਕਹਿੰਦਾ ਇੱਥੇ ਜਿਹੜੇ ਹਵਲਦਾਰ ਅਬਦੁਲ ਹਾਮਿਦ ਸੀ ਆਫ 4 ਗ੍ਰੇਨੇਡੀਅਰਸ, ਦੇਖੋ ਇਨਵਰਟਡ ਕਾਮਰਸ 'ਚ ਪਾਇਆ ਹੋਇਆ 4 ਅੱਗੇ F ਕੈਪੀਟਲ ਪਾਈ ਹੈ, ਗ੍ਰੇਨੇਡੀਅਰਸ 'ਚ G ਕੈਪੀਟਲ ਪਾਈ ਆ, ਯਾਨੀ ਕਿ ਇਹ ਨਾਮ ਹੈ ਉਹਨਾਂ ਦੀ ਬਟਾਲੀਅਨ ਦਾ ਨਾਮ ਹੈਗਾ। ਤਾਂ ਹਵਲਦਾਰ ਅਬਦੁਲ ਹਾਮਿਦ ਆਫ 4 ਗ੍ਰੇਨੇਡੀਅਰਸ ਐਂਡ ਦਾ ਅਦਰ ਸੋਲਜਰਸ, ਜਿਹੜੇ 4 ਗ੍ਰੇਨੇਡੀਅਰ ਜਿਹੜੀ ਬਟਾਲੀਅਨ ਸੀ ਉਹਦੇ ਹਵਲਦਾਰ ਅਬਦੁਲ ਹਾਮਿਦ ਅਤੇ ਉਹਨਾਂ ਦੇ ਜਿਹੜੇ ਸਿਪਾਹੀ ਸੀਗੇ, ਫੌਜੀ ਸੀ ਨਾਲ ਦੇ, ਆਫ ਹਿਸ ਕੰਪਨੀ ਆਰ ਵੇਟਿੰਗ ਟੂ ਫੇਸ ਦਾ ਪਾਕਿਸਤਾਨੀ ਆਰਮੀ। ਉਹ ਪਾਕਿਸਤਾਨੀ ਆਰਮੀ ਦਾ ਮੁਕਾਬਲਾ ਕਰਨ ਦੀ ਇੰਤਜ਼ਾਰ ਕਰ ਰਹੇ ਸੀ। ਟੂ ਫੇਸ ਕੀ ਹੁੰਦਾ, ਸਾਹਮਣਾ ਕਰਨਾ। ਬਰੇਵ ਅਬਦੁਲ ਹਾਮਿਦ ਇਜ਼ ਸਿਟਿੰਗ ਇਨ ਅ ਜੀਪ। ਬਰੇਵ ਕੀ ਹੁੰਦਾ, ਬਹਾਦਰ। ਅਤੇ ਜੇ ਬਹਾਦਰ ਦਾ ਉਲਟ ਬੋਲਣਾ ਹੋਵੇ ਬਰੇਵ ਦਾ, ਕਾਵਰਡ, COWARD। ਆ ਦੇਖੋ ਸਕਰੀਨ 'ਤੇ ਆਇਆ ਨਾ ਸਾਹਮਣੇ, ਕਾਵਰਡ। ਤਾਂ ਬਰੇਵ ਅਬਦੁਲ ਹਾਮਿਦ ਇਜ਼ ਸਿਟਿੰਗ ਇਨ ਅ ਜੀਪ, ਉਹ ਜੀਪ ਵਿੱਚ ਬੈਠੇ ਹੋਏ ਆ। ਹੀ ਹੈਜ਼ ਅ ਸਪੈਸ਼ਲ ਗਨ, ਉਹਨਾਂ ਕੋਲ ਇੱਕ ਖਾਸ ਤਰ੍ਹਾਂ ਦੀ ਗਨ ਹੈ, ਬੰਦੂਕ ਹੈ। ਦ ਪੈਟਨ ਟੈਂਕਸ ਆਫ ਦ ਪਾਕਿਸਤਾਨੀ ਆਰਮੀ ਆਰ ਨਾਟ ਵੈਰੀ ਫਾਰ ਫਰੋਮ ਹਿਮ। ਜਿਹੜੇ ਉਹ ਪੈਟਨ ਟੈਂਕਸ ਹੈਗੇ ਹੈ ਪਾਕਿਸਤਾਨੀ ਆਰਮੀ ਦੇ, ਉਹ ਉਹਨਾਂ ਤੋਂ ਜ਼ਿਆਦਾ ਦੂਰ ਨਹੀਂ ਹਨ। ਫਾਰ ਹੁੰਦਾ ਦੂਰ ਹੋਣਾ, ਫਾਰ ਦਾ ਆਪੋਜ਼ਿਟ ਕੀ ਆਊਗਾ, ਨੀਅਰ। ਮੈਂ ਤੁਹਾਨੂੰ ਇਸ ਲੈਸਨ, ਇਸ ਸਟੋਰੀ ਦੇ ਐਂਡ ਦੇ ਵਿੱਚ ਇਹ ਸਾਰੀ ਐਕਸਰਸਾਈਜ਼ਿਸ ਕਰਾਉਂਗੀ ਬੈਕ 'ਤੇ ਜਿਹੜੀਆਂ ਹੈਗੀਆਂ ਨੇ, ਇਸ ਕਰਕੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ। ਜਿੰਨੇ ਵੀ ਇਹਦੇ ਸਿਨੋਨਿਮਸ ਜਾਂ ਐਂਟੋਨਿਮਸ ਨੇ, ਮਤਲਬ ਕਿ ਜਿੰਨੇ ਵੀ ਆਪੋਜ਼ਿਟ ਵਰਡਸ ਹੈਗੇ ਆ, ਮੀਨਿੰਗਸ ਹੈਗੇ ਆ, ਤਾਂ ਤੁਹਾਨੂੰ ਸਭ ਕਰਵਾਉਂਗੀ। ਤਾਂ ਫਾਰ ਮਤਲਬ ਕੀ ਹੁੰਦਾ, ਦੂਰ। ਫਾਰ ਦਾ ਉਲਟ ਕੀ ਹੋਊਗਾ, ਨੀਅਰ। ਹੀ ਕੁਡ ਹਿੱਟ ਦਾ ਟੈਂਕਸ ਵਿਦ ਹਿਜ਼ ਗਨ। ਉਹਨਾਂ ਆਪਦੀ ਗਨ ਦੇ ਨਾਲ ਉਹਨਾਂ ਟੈਂਕਸ ਨੂੰ ਹਿੱਟ ਕਰ ਸਕਦੇ ਆ, ਮਤਲਬ ਕਿ ਹੁਣ ਟੈਂਕਸ ਉਹਨਾਂ ਤੋਂ ਜ਼ਿਆਦਾ ਦੂਰ ਨਹੀਂ ਹੈਗੇ, ਉਹ ਹਿੱਟ ਕਰ ਸਕਦੇ ਆ। ਇਫ ਹੀ ਵਾਂਟਡ ਟੂ, ਜੇ ਉਹ ਕਰਨਾ ਚਾਹੁੰਦੇ। ਹੀ ਇਜ਼ ਅ ਗੁੱਡ ਸ਼ਾਟ। ਗੁੱਡ ਸ਼ਾਟ ਕੀ ਹੁੰਦਾ, ਪੱਕਾ ਨਿਸ਼ਾਨਚੀ, ਜਿਹਦਾ ਨਿਸ਼ਾਨਾ ਕਦੇ ਵੀ ਖੁੰਝਦਾ ਨਹੀਂ। ਹੀ ਇਜ਼ ਅ ਗੁੱਡ ਸ਼ਾਟ, ਉਹਨਾਂ ਦਾ ਨਿਸ਼ਾਨਾ ਬੜਾ ਪੱਕਾ ਹੈ। ਬਟ ਹੀ ਵੇਟਸ, ਲੇਕਿਨ ਉਹ ਇੰਤਜ਼ਾਰ ਕਰਦਾ। ਹੀ ਡਜ਼ਨਟ ਵਾਂਟ ਟੂ ਵੇਸਟ ਹਿਜ਼ ਸ਼ਾਟ, ਉਹ ਆਪਣੇ ਸ਼ਾਟ ਨੂੰ ਵੇਸਟ ਨਹੀਂ ਕਰਨਾ ਚਾਹੁੰਦੇ। ਉਹ ਨਹੀਂ ਚਾਹੁੰਦੇ ਕਿ ਪਾਕਿਸਤਾਨੀ ਜਿਹੜੇ ਟੈਂਕਸ ਆ ਮੇਰੇ ਤੋਂ ਇੰਨੇ ਕੁ ਦੂਰ ਹਨ ਕਿ ਮੈਂ ਨਿਸ਼ਾਨਾ ਲਾਵਾਂ ਅਤੇ ਉਹ ਨਿਸ਼ਾਨਾ ਖੁੰਝ ਜਾਵੇ। ਉਹ ਚਾਹੁੰਦੇ ਨੇ ਕਿ ਮੈਂ ਨਿਸ਼ਾਨਾ ਲਾਵਾਂ ਅਤੇ ਪਾਕਿਸਤਾਨੀ ਟੈਂਕ ਨੂੰ ਤਬਾਹ ਕਰ ਦੇਵਾਂ।
ਹੀ ਵਾਂਟਸ ਟੂ ਹਿੱਟ ਈਚ ਟੈਂਕ ਵਿਦ ਹੀ ਸ਼ਾਟ। ਉਹ ਚਾਹੁੰਦੇ ਆ ਕਿ ਜਿੰਨੇ ਵੀ ਟੈਂਕਸ ਪਾਕਿਸਤਾਨੀ ਰੈਜੀਮੈਂਟ ਦੇ ਹੈਗੇ ਆ ਉਹਨਾਂ ਸਾਰਿਆਂ 'ਤੇ ਹੀ ਨਿਸ਼ਾਨਾ ਲਾਵਾਂ। ਦਾ ਪਾਕਿਸਤਾਨੀ ਟੈਂਕਸ ਆਰ ਵੈਰੀ ਪਾਵਰਫੁਲ ਐਂਡ ਡੇਂਜਰਸ। ਪਾਵਰਫੁਲ ਦਾ ਮੀਨਿੰਗ ਲਿਖੋ ਬੇਟੇ, ਸ਼ਕਤੀਸ਼ਾਲੀ। ਡੇਂਜਰਸ ਮੈਨੇ ਖਤਰਨਾਕ। ਜਿਹੜੇ ਪਾਕਿਸਤਾਨੀ ਟੈਂਕਸ ਆ ਉਹ ਬਹੁਤ ਸ਼ਕਤੀਸ਼ਾਲੀ ਵੀ ਆ ਅਤੇ ਬਹੁਤ ਖਤਰਨਾਕ ਵੀ ਆ। ਤੁਹਾਨੂੰ ਪਤਾ ਨਾ ਟੈਂਕਸ ਕੀ ਹੁੰਦੇ ਨੇ। ਦੇਖੋ ਟੈਂਕਸ ਦੀ ਪਿਕਚਰ ਆ ਰਹੀ ਹੈ ਨਾ ਸਾਹਮਣੇ, ਤਾਂ ਇਹ ਟੈਂਕਸ ਜਿਹੜੇ ਨੇ ਮਜ਼ਬੂਤ ਹੁੰਦੇ ਨੇ ਕਿ ਇਹ ਕਿਸੇ ਵੀ ਤਰ੍ਹਾਂ ਦੇ ਰਸਤੇ ਦੇ ਉੱਤੇ ਜਿਹੜਾ ਵਾ ਸਫ਼ਰ ਤੈਅ ਕਰ ਸਕਦੇ ਨੇ। ਇਹ ਜ਼ਰੂਰੀ ਨਹੀਂ ਇਹ ਸੜਕ ਬਣੀ ਹੋਵੇ ਤਾਂ ਹੀ ਚੱਲਣਗੇ। ਇਹ ਪੱਥਰਾਂ ਪਹਾੜਾਂ 'ਤੇ ਪਾਣੀ ਦੇ ਵਿੱਚ ਪੂਰੀ ਸਪੀਡ ਦੇ ਨਾਲ ਜਾ ਸਕਦੇ ਨੇ। ਇਹਦੇ ਅੰਦਰ ਐਮੂਨੀਸ਼ਨ ਹੁੰਦਾ, ਠੀਕ ਹੈ। ਤਾਂ ਇਹ ਬੜੇ ਖਤਰਨਾਕ ਹੁੰਦੇ ਨੇ। ਦੇ ਆਰ ਕਮਿੰਗ ਨੀਅਰਰ ਐਂਡ ਨੀਅਰਰ। ਉਹ ਹੋਰ ਨੇੜੇ ਅਤੇ ਹੋਰ ਨੇੜੇ ਆ ਰਹੇ ਨੇ। ਦੇਖੋ ਇੱਥੇ ਵਰਡ ਜਿਹੜਾ ਨੀਅਰਰ ਐਂਡ ਨੀਅਰਰ ਹੈ ਨਾ, ਤੁਸੀਂ ਇਹਦਾ ਮੀਨਿੰਗ ਸਮਝਣਾ। ਨੀਅਰ ਹੁੰਦਾ ਬੇਟੇ ਨੇੜੇ, ਲੇਕਿਨ ਨੀਅਰਰ ER ਲੱਗਣ 'ਤੇ ਇਹ ਸੈਕਿੰਡ ਡਿਗਰੀ ਬਣ ਜਾਂਦੀ ਹੈ ਕੰਪੈਰੀਜ਼ਨ ਦੀ। ਤਾਂ ਇਟ ਮੀਨਸ ਹੋਰ ਜ਼ਿਆਦਾ ਨੇੜੇ। ਜੇ ਕੋਈ ਚੀਜ਼ ਦੂਰ ਤੋਂ ਚੱਲੀ ਆ ਰਹੀ ਆ ਤਾਂ ਆਪਣੇ ਹੌਲੀ ਹੌਲੀ ਕੀ ਹੋ ਜਾਊਗਾ, ਆਪਣੇ ਨੇੜੇ 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 ਆਉਂਦੀ ਜਾ ਰਹੀ ਆ। ਦੇ ਆਰ ਕਮਿੰਗ ਨੀਅਰਰ ਐਂਡ ਨੀਅਰਰ। ਉਹ ਟੈਂਕਸ ਜਿਹੜੇ ਆ ਉਹ ਅਬਦੁਲ ਹਾਮਿਦ ਅਤੇ ਉਹਨਾਂ ਦੇ ਸਾਥੀ ਫੌਜੀ ਜਿਹੜੇ ਸੀ ਉਹਨਾਂ ਦੇ ਨੇੜੇ ਆ ਰਹੀ ਸੀ। ਦੇ ਆਰ ਫਾਇਰਿੰਗ ਕੰਟੀਨਿਊਲੀ। ਕੰਟੀਨਿਊਲੀ ਮਤਲਬ ਕੀ ਹੁੰਦਾ ਬੇਟੇ, ਲਗਾਤਾਰ। ਚਲੋ ਲਿਖੋ ਕੰਟੀਨਿਊਲੀ, ਲਗਾਤਾਰ। ਕੰਟੀਨਿਊਲੀ ਨੂੰ ਕੰਟੀਨਿਊਸਲੀ ਵੀ ਕਹਿ ਦਿੰਦੇ ਆ। ਫਾਇਰਿੰਗ ਮਤਲਬ ਫਾਇਰ ਕਰ ਰਹੇ ਸੀ ਉਹ। ਦੇ ਆਰ ਫਾਇਰਿੰਗ ਕੰਟੀਨਿਊਲੀ। ਉਹ ਲਗਾਤਾਰ ਨਿਸ਼ਾਨੇ ਲਾ ਰਹੇ ਸੀ। ਬਰੇਵ ਅਬਦੁਲ ਹਾਮਿਦ ਮਾਰਚਿਸ ਫਾਰਵਰਡ। ਬਰੇਵ ਬਹਾਦਰ ਅਬਦੁਲ ਹਾਮਿਦ ਜਿਹੜੇ ਸੀ ਨਾ ਉਹ ਅੱਗੇ ਵਧਦੇ ਹੈ। ਹੀ ਸੀਜ਼ ਅ ਪਾਕਿਸਤਾਨੀ ਟੈਂਕ। ਉਹ ਪਾਕਿਸਤਾਨੀ ਟੈਂਕ ਦੇਖਦੇ ਹੈ। ਹੀ ਟਰਨਸ ਹਿਜ਼ ਗਨ ਐਂਡ ਫਾਇਰਸ ਅ ਸ਼ਾਟ। ਉਹਨਾਂ ਨੇ ਆਪਦੀ ਜਿਹੜੀ ਗਨ ਸੀ, ਬੰਦੂਕ ਸੀ, ਉਹਨਾਂ ਟੈਂਕ ਵੱਲ ਮੋੜਦੇ ਆ ਐਂਡ ਫਾਇਰਸ ਅ ਸ਼ਾਟ, ਅਤੇ ਨਿਸ਼ਾਨਾ ਲਾਉਂਦੇ ਆ। ਐਂਡ ਵਾਓ, ਦੇਖੋ ਨਾ ਸਾਈਨ ਆਫ ਐਕਸਕਲੇਮੇਸ਼ਨ ਹੈ। ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਇਸ ਤਰ੍ਹਾਂ ਸ਼ੋਅ ਕਰਨਾ ਹੁੰਦਾ ਜਿਹਦੇ ਵਿੱਚ ਅਸੀਂ ਕਿਸੇ ਚੀਜ਼ ਐਕਸਕਲੇਮੇਸ਼ਨ ਮਤਲਬ ਅਸੀਂ ਬੜੀ ਹੈਰਾਨੀ ਸ਼ੋਅ ਕਰਨੀ ਹੁੰਦੀ ਆ, ਖੁਸ਼ੀ ਸ਼ੋਅ ਕਰਨੀ ਹੁੰਦੀ ਆ, ਗਮ ਸ਼ੋਅ ਕਰਨਾ ਹੁੰਦਾ ਵੈ, ਬਹਾਦਰੀ ਸ਼ੋਅ ਕਰਨੀ ਹੁੰਦੀ ਆ, ਤਾਂ ਅਸੀਂ ਇਹ ਸਾਈਨ ਆਫ ਐਕਸਕਲੇਮੇਸ਼ਨ ਦਾ ਇਸਤੇਮਾਲ ਕਰਦੇ ਹਾਂ। ਐਂਡ ਵਾਓ, ਅਤੇ ਉਹ ਕਹਿੰਦੇ ਵਾਹ, ਦਾ ਟੈਂਕ ਕੈਚਿਜ਼ ਫਾਇਰ। ਅਤੇ ਟੈਂਕ ਨੂੰ ਅੱਗ ਲੱਗ ਗਈ। ਵੀ ਉਹਨਾਂ ਨੇ ਇੱਕ ਹੀ ਨਿਸ਼ਾਨਾ ਲਾਇਆ ਅਤੇ ਟੈਂਕ ਨੂੰ ਅੱਗ ਲਾ ਕੇ ਰੱਖ ਦਿੱਤੀ। ਕੈਚਿਜ਼ ਫਾਇਰ, ਇਟ ਗੋਜ਼ ਅਪ ਇਨ ਫਲੇਮਸ। ਫਲੇਮਸ ਲਪਟਾਂ ਨੂੰ ਕਹਿੰਦੇ ਆ। ਜਦੋਂ ਕਿਸੇ ਵੀ ਚੀਜ਼ ਨੂੰ ਅੱਗ ਲੱਗਦੀ ਹੈ ਤਾਂ ਉੱਚੀਆਂ ਉੱਚੀਆਂ ਲਪਟਾਂ ਨਿਕਲਦੀਆਂ ਹੈ ਨਾ, ਠੀਕ ਹੈ। ਲਾਟ ਵੀ ਕਹਿੰਦੇ ਆ ਪੰਜਾਬੀ 'ਚ ਇਹਨੂੰ। ਇਟ ਗੋਜ਼ ਅਪ ਇਨ ਫਲੇਮਸ। ਅਤੇ ਜਿਹੜਾ ਸੀ ਉਹ ਟੈਂਕ, ਉਹਦੇ 'ਚੋਂ ਲਾਟਾਂ ਨਿਕਲਣ ਲੱਗ ਗਈਆਂ, ਲਪਟਾਂ ਨਿਕਲਣ ਲੱਗ ਗਈਆਂ। ਭਾਵ ਉਹ ਜਿਹੜਾ ਸੀ ਉਹਨੂੰ ਅੱਗ ਲੱਗ ਗਈ ਟੈਂਕ ਨੂੰ। ਆਲ ਦ ਸੋਲਜਰਸ ਆਫ ਅਬਦੁਲ ਹਾਮਿਦਸ ਕੰਪਨੀ ਆਰ ਸੋ ਹੈਪੀ। ਤਾਂ ਅਬਦੁਲ ਹਾਮਿਦ ਦੇ ਜਿਹੜੀ ਕੰਪਨੀ ਦੇ ਸੋਲਜਰਸ, ਫੌਜੀ ਸੀ, ਸਿਪਾਹੀ ਸੀ, ਉਹ ਬਹੁਤ ਖੁਸ਼ ਹਨ। ਅਜੀਤ ਸਟੂਡੈਂਟ ਹੈ ਕਲਾਸ ਦਾ। ਮਿਸਟਰ ਵਰਮਾ ਸਟੋਰੀ ਸੁਣਾ ਰਹੇ ਹੈ ਨਾ, ਤਾਂ ਅਜੀਤ ਸਟੋਰੀ ਸੁਣ ਰਿਹਾ ਧਿਆਨ ਨਾਲ, ਜਿਵੇਂ ਤੁਸੀਂ ਮੇਰੀ ਸਟੋਰੀ ਸੁਣ ਰਹੇ ਹੋ। ਅਜੀਤ ਕੀ ਕਹਿੰਦਾ ਹੈ, ਸਰ ਵਾਜ਼ ਹੀ ਸੱਚ ਅ ਗੁੱਡ ਸ਼ਾਟ। ਦੇਖੋ ਕੁਐਸਚਨ ਮਾਰਕ ਹੈ, ਵਾਜ਼ ਹੈ ਨਾ ਅੱਗੇ, ਹੈਲਪਿੰਗ ਵਰਬ ਅੱਗੇ ਲੱਗੀ ਹੋਈ ਆ। ਤਾਂ ਅਜੀਤ ਸਰ ਨੂੰ ਪੁੱਛਦਾ ਹੈ ਕਿ ਸਰ ਕੀ ਉਹਨਾਂ ਦਾ ਨਿਸ਼ਾਨਾ ਬਹੁਤ ਵਧੀਆ ਸੀ, ਯਾਨੀ ਉਹ ਪੱਕੇ ਨਿਸ਼ਾਨੇਬਾਜ਼ ਸੀ। ਗੁੱਡ ਸ਼ਾਟ ਮਤਲਬ ਉਹਨਾਂ ਦਾ ਨਿਸ਼ਾਨਾ ਬਹੁਤ ਪੱਕਾ ਸੀ। ਤਾਂ ਮਿਸਟਰ ਵਰਮਾ ਕੀ ਕਹਿੰਦੇ ਹੈ, ਯਾਨੀ ਕਿ ਟੀਚਰ ਅੱਗੋਂ ਕੀ ਜਵਾਬ ਦਿੰਦੇ ਆ ਅਜੀਤ ਨੂੰ। ਮਿਸਟਰ ਵਰਮਾ ਕਹਿੰਦੇ ਓ ਯੈਸ, ਬਿਲਕੁਲ, ਹੀ ਵਾਜ਼, ਉਹ ਇੱਕ ਪੱਕੇ ਨਿਸ਼ਾਨੇਬਾਜ਼ ਸੀ। ਹੀ ਵਾਜ਼ ਅ ਕਰੈਕ ਸ਼ਾਟ, ਯਾਨੀ ਕਿ ਉਹਨਾਂ ਦਾ ਨਿਸ਼ਾਨਾ ਬਹੁਤ ਪੱਕਾ ਸੀ। ਗੁੱਡ ਸ਼ਾਟ ਜਾਂ ਕਰੈਕ ਸ਼ਾਟ ਇੱਕੋ ਹੀ ਚੀਜ਼ ਹੈ। ਵਨਸ ਐਟ ਨਾਈਟ ਹੀ ਸ਼ਾਟ ਅ ਬਰਡ ਜਸਟ ਹੀਅਰਿੰਗ ਇਟ ਸਾਊਂਡ। ਦੇਖੋ ਕਮਾਲ ਦੇ ਨਿਸ਼ਾਨੇਬਾਜ਼ ਸੀਗੇ। ਤਾਂ ਮਿਸਟਰ ਵਰਮਾ ਨੇ ਕਿਵੇਂ ਦੱਸਿਆ ਅਜੀਤ ਨੂੰ ਕਿ ਵਨਸ ਐਟ ਨਾਈਟ ਹੀ ਸ਼ਾਟ ਅ ਬਰਡ, ਕਿ ਇੱਕ ਰਾਤ ਨੂੰ ਕੀ ਹੋਇਆ ਸੀ ਕਿ ਉਹਨਾਂ ਨੇ ਇੱਕ ਪੰਛੀ 'ਤੇ, ਬਰਡ ਕੀ ਹੁੰਦਾ ਬੇਟੇ, ਪੰਛੀ, ਉਹਨਾਂ ਨੇ ਪੰਛੀ 'ਤੇ ਨਿਸ਼ਾਨਾ ਲਾਇਆ ਸੀ। ਕਿਵੇਂ, ਜਸਟ ਹੀਅਰਿੰਗ ਇਟ ਸਾਊਂਡ, ਸਿਰਫ ਉਹਦੀ ਆਵਾਜ਼ ਸੁਣ ਕੇ, ਆਵਾਜ਼ ਦੀ ਡਾਇਰੈਕਸ਼ਨ 'ਚ ਉਹਨਾਂ ਨੇ ਜਿਹੜਾ ਪੰਛੀ 'ਤੇ ਨਿਸ਼ਾਨਾ ਲਾਇਆ ਸੀ। ਵੀ ਇੰਨਾ ਗੁੱਡ ਸ਼ਾਟ ਸੀ ਉਹਨਾਂ ਦਾ। ਤਾਂ ਸੁਰੇਸ਼ ਇੱਕ ਹੋਰ ਸਟੂਡੈਂਟ ਕਲਾਸ 'ਚ ਆਪਦੇ ਟੀਚਰ ਦੀ ਸਟੋਰੀ ਨੂੰ ਧਿਆਨ ਨਾਲ ਸੁਣ ਰਿਹਾ। ਤਾਂ ਉਹ ਕਹਿੰਦਾ ਰੀਅਲੀ, ਮਤਲਬ ਸੱਚੀ, ਜਿਵੇਂ ਹੈਰਾਨੀ ਹੁੰਦੀ ਹੈ ਨਾ ਕਿਸੇ ਨੂੰ ਸੁਣ ਕੇ ਵੀ ਇੰਨੇ ਵਧੀਆ ਨਿਸ਼ਾਨੇਬਾਜ਼ ਸੀ, ਰੀਅਲੀ। ਤਾਂ ਮਿਸਟਰ ਵਰਮਾ ਕੀ ਕਹਿੰਦੇ ਹੈ, ਲਿਸਨ ਫਰਦਰ। ਫਰਦਰ ਮੈਨੇ ਹੁੰਦਾ ਅੱਗੇ ਸੁਣੋ ਗੱਲ, ਹਜੇ ਗੱਲ ਖਤਮ ਨਹੀਂ ਹੋਈ। ਲਿਸਨ ਮਤਲਬ ਸੁਣੋ। ਤਾਂ ਲਿਸਨ ਫਰਦਰ, ਹਜੇ ਹੋਰ ਸੁਣੋ। ਨਾਓ ਹੀ ਸੀਜ਼ ਅਨਦਰ ਟੈਂਕ। ਹੁਣ ਉਹਨੂੰ ਇੱਕ ਹੋਰ ਟੈਂਕ ਨਜ਼ਰ ਆਉਂਦਾ। ਅਬਦੁਲ ਹਾਮਿਦ ਫਾਇਰਸ। ਅਬਦੁਲ ਹਾਮਿਦ ਫਿਰ ਦੁਬਾਰਾ ਫਾਇਰ ਕਰਦੇ ਆ। ਐਂਡ ਇਟ ਬਰਸਟ ਇਨਟੂ ਫਲੇਮਸ। ਬਰਸਟ ਦਾ ਮਤਲਬ ਫੁੱਟਣਾ ਹੁੰਦਾ ਹੈ। ਜਿਵੇਂ ਸਪੋਜ਼ ਕਰੋ ਕਈ ਵਾਰੀ ਜਿਹੜਾ
ਧਰਤੀ ਦੇ ਵਿੱਚੋਂ ਇੱਕਦਮ ਪਾਣੀ ਫੁੱਟ ਪਵੇ ਤਾਂ ਉੱਪਰ ਨੂੰ ਜਾਊਗਾ, ਜਿਵੇਂ ਫਾਊਂਟੇਨ ਹੁੰਦਾ, ਇਹ ਵੀ ਬਰਸਟ ਹੁੰਦਾ। ਵੋਲਕੈਨੋ ਕੀ ਹੁੰਦੇ ਬੇਟੇ? ਜਵਾਲਾਮੁਖੀ। ਤਾਂ ਉਹ ਫੁੱਟ ਪੈਂਦੇ, ਉਹ 'ਚੋਂ ਲਾਵਾ ਨਿਕਲਦਾ ਹੈ, ਬਰਸਟ ਕਰਨਾ ਵੀ ਕਹਿੰਦੇ ਆ ਉਹਨੂੰ, ਠੀਕ ਹੈ। ਤਾਂ ਬਰਸਟ ਇਨਟੂ ਫਲੇਮਸ, ਅਬਦੁਲ ਹਾਮਿਦ ਫਾਇਰਸ ਐਂਡ ਇਟ ਬਰਸਟ ਇਨਟੂ ਫਲੇਮਸ। ਤਾਂ ਅਬਦੁਲ ਹਾਮਿਦ ਜਿਹੜਾ ਉਹ ਨਿਸ਼ਾਨਾ ਲਾਉਂਦੇ ਆ ਅਤੇ ਇੱਕ ਹੋਰ ਟੈਂਕ ਜਿਹੜਾ ਉਹਦੇ ਵਿੱਚੋਂ ਫਿਰ ਲਪਟਾਂ ਨਿਕਲਣ ਲੱਗਣ ਲੱਗ ਜਾਂਦੀਆਂ, ਯਾਨੀ ਉਹਨੂੰ ਵੀ ਅੱਗ ਲੱਗ ਜਾਂਦੀ ਆ। 4 more ਟੈਂਕਸ ਆਰ ਸੀਨ। ਹੁਣ 4 ਹੋਰ ਟੈਂਕ ਨਜ਼ਰ ਆਉਂਦੇ ਆ, 4 ਹੋਰ ਟੈਂਕ ਆ ਰਹੇ ਆ। ਦੇ ਵਾਂਟ ਟੂ ਅਟੈਕ ਅਬਦੁਲ ਹਾਮਿਦਸ ਕੰਪਨੀ ਐਂਡ ਕਿਲ ਹਿਮ। ਉਹ ਚਾਹੁੰਦੇ ਕੀ ਹੈ? ਉਹ ਚਾਹੁੰਦੇ ਆ ਕਿ ਅਬਦੁਲ ਹਾਮਿਦ ਦੀ ਕੰਪਨੀ 'ਤੇ ਹਮਲਾ ਕੀਤਾ ਜਾਵੇ ਐਂਡ ਕਿਲ ਹਿਮ, ਅਤੇ ਉਹਨੂੰ ਮਾਰਿਆ ਜਾਵੇ, ਕਿਉਂਕਿ ਉਹਨਾਂ ਦੇ ਟੈਂਕ ਨੂੰ ਬਰਬਾਦ ਕਰ ਰਿਹਾ। ਹੀ ਇਜ਼ ਦੇਅਰ ਬਿਗੈਸਟ ਐਨਮੀ। ਉਹਨਾਂ ਨੂੰ ਲੱਗਦਾ ਕਿ ਇਹੀ ਉਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਬਿਗੈਸਟ, ਬਿਗੈਸਟ। ਬਿਗ ਹੁੰਦਾ ਵੱਡਾ ਹੋਣਾ, ਬਿਗਰ ਹੁੰਦਾ ਕਿਸੇ ਚੀਜ਼ ਨਾਲੋਂ ਵੱਡਾ ਹੋਣਾ, ਅਤੇ ਬਿਗੈਸਟ ਹੁੰਦਾ ਸਭ ਤੋਂ ਵੱਡਾ ਹੋਣਾ। ਤਾਂ ਮੈਂ ਤੁਹਾਨੂੰ ਕਿਹਾ ਕਿ ਇਹ ਡਿਗਰੀਜ਼ ਆਫ ਕੰਪੈਰੀਜ਼ਨ ਹੈ, ਇਹ ਡਿਗਰੀ ਆਫ ਸੁਪਰਲੇਟਿਵ ਡਿਗਰੀ ਹੈ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਚੀਜ਼ਾਂ ਨੂੰ ਸਮਝਣਾ ਹੈ, ਸ਼ਬਦਾਂ ਨੂੰ ਸਮਝਣਾ ਹੈ ਕਿ ਕਿਸੇ ਗੱਲ ਨੂੰ ਦੱਸਣ ਵਾਸਤੇ ਅਸੀਂ ਕਿੱਥੇ ਕਿਹੜੀ ਡਿਗਰੀ ਦਾ ਇਸਤੇਮਾਲ ਕਰਦੇ ਹਾਂ, ਕਿੱਥੇ ਐਡਜੈਕਟਿਵ ਦਾ ਇਸਤੇਮਾਲ ਕਰਦੇ ਹਾਂ, ਸਾਈਨ ਆਫ ਐਕਸਕਲੇਮੇਸ਼ਨ ਦਾ ਇਸਤੇਮਾਲ ਕਰਦੇ ਹਾਂ। ਦੇ ਟਰਨ ਦਾ ਗਨਸ ਇਨ ਦੇਅਰ ਟੈਂਕਸ ਟੂਵਾਰਡਸ ਹਿਮ। ਜਿਹੜੀਆਂ ਟੈਂਕਸ ਦੇ ਵਿੱਚ ਉਹਨਾਂ ਦੇ ਗਨ ਲੱਗੀਆਂ ਹੋਈਆਂ ਸੀਗੀਆਂ, ਆ ਦੇਖੋ ਤੁਹਾਨੂੰ ਨਜ਼ਰ ਆ ਰਿਹਾ ਨਾ, ਇਸ ਟੈਂਕ ਦੇ ਵਿੱਚ ਗਨਸ ਲੱਗੀਆਂ ਹੋਈਆਂ, ਜਿਹੜੇ ਤੁਹਾਨੂੰ ਮੈਂ ਦਿਖਾ ਰਹੀ ਹਾਂ ਸਕਰੀਨ 'ਤੇ। ਦੇ ਟਰਨ ਦਾ ਗਨਸ ਇਨ ਦੇਅਰ ਟੈਂਕਸ ਟੂਵਾਰਡਸ ਹਿਮ। ਅਤੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਆਪਦੇ ਟੈਂਕ ਦੀਆਂ ਜਿਹੜੀਆਂ ਗਨ ਸੀ ਉਹਦੇ ਮੂੰਹ ਕਿਹਦੇ ਵੱਲ ਮੋੜਤੇ? ਟੂਵਾਰਡਸ ਹੁੰਦਾ ਵੱਲ, ਕਿਹਦੇ ਵੱਲ ਮੋੜਤੇ ਉਹਨਾਂ ਨੇ? ਅਬਦੁਲ ਹਾਮਿਦ ਵੱਲ। ਬਟ ਬਿਫੋਰ ਦੇ ਕੈਨ ਫਾਇਰ, ਕਿ ਇਸ ਤੋਂ ਪਹਿਲਾਂ ਕਿ ਉਹ ਟੈਂਕਸ ਵਿਚਲੇ ਫੌਜੀ ਜਿਹੜੇ ਸੀ ਆਪਦੀਆਂ ਗਨਸ ਦੇ ਨਾਲ ਅਬਦੁਲ ਹਾਮਿਦ 'ਤੇ ਨਿਸ਼ਾਨਾ ਲਾ ਸਕਦੇ, ਫਾਇਰ ਕਰ ਸਕਦੇ, ਅਬਦੁਲ ਹਾਮਿਦ ਹਿਟਸ ਦਾ 3rd ਟੈਂਕ ਆਲਸੋ। ਵੈਰੀ ਗੁੱਡ। ਤਾਂ ਅਬਦੁਲ ਹਾਮਿਦ ਨੇ ਤੀਸਰੇ ਟੈਂਕ 'ਤੇ ਵੀ ਨਿਸ਼ਾਨਾ ਲਾਤਾ ਐਂਡ ਦੇਅਰ ਇਟ ਗੋਜ਼। ਤਾਂ ਇਹ ਵੀ ਜਿਹੜਾ ਸੀ ਨਾ, ਇਹਨੂੰ ਵੀ ਅੱਗ ਲੱਗ ਗਈ। ਇਟ ਹੈਜ਼ ਕੌਟ ਫਾਇਰ, ਇਹਨੂੰ ਵੀ ਅੱਗ ਲੱਗ ਗਈ। ਫਲੇਮਸ ਆਰ ਰਾਈਜ਼ਿੰਗ ਹਾਈ ਅਪ ਇਨਟੂ ਦਾ ਸਕਾਈ। ਫਲੇਮਸ ਆਰ ਰਾਈਜ਼ਿੰਗ ਹਾਈ ਅਪ ਇਨਟੂ ਦਾ ਸਕਾਈ। ਦੀਆਂ ਫਲੇਮ ਸੀ, ਲਪਟਾਂ ਸੀ। ਰਾਈਜ਼ਿੰਗ ਮੈਨੇ ਉਤਾਂ ਉੱਪਰ ਹੋਣਾ, ਉੱਪਰ ਚੱਕਣਾ। ਹਾਈ ਮੈਨੇ ਉੱਚਾ, ਅਪ ਮੈਨੇ ਉੱਪਰ, ਇਨਟੂ ਦਾ ਸਕਾਈ ਆਕਾਸ਼ ਦੇ ਵਿੱਚ। ਤਾਂ ਆਕਾਸ਼ ਦੇ ਵਿੱਚ ਉੱਚੀਆਂ ਉੱਚੀਆਂ ਲਪਟਾਂ ਉੱਠਣ ਲੱਗੀਆਂ। ਬਟ ਐਲਸ, ਸਾਈਨ ਆਫ ਐਕਸਕਲੇਮੇਸ਼ਨ। ਲੇਕਿਨ ਦੇਖੋ ਇੱਥੇ ਐਲਸ ਲਿਖਿਆ, ਇਹ ਦੁੱਖ ਦੀ ਗੱਲ ਹੁੰਦੀ ਆ। ਜਿਵੇਂ ਆਪਾਂ ਉੱਤੇ ਵਾਓ ਕਿਹਾ ਸੀ, ਵਾਓ ਮਤਲਬ ਹੈਰਾਨੀਜਨਕ ਹੋ ਗਿਆ ਸੀ। ਹੁਰਰਾ ਹੁੰਦਾ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ, ਬਟ ਐਲਸ ਕੀ ਹੁੰਦਾ? ਦੁੱਖ ਦੀ ਗੱਲ। ਬਟ ਐਲਸ, 1 shell of the enemy hits his jeep। 1 shell ਮਤਲਬ ਜਿਹੜਾ ਇੱਕ ਉਹਨਾਂ ਦੀ ਗਨ ਵਿੱਚੋਂ ਨਿਕਲਿਆ ਹੋਇਆ ਸ਼ਾਟ ਸੀ ਦੁਸ਼ਮਣ ਦੀ। ਐਨਮੀ ਕੀ ਹੁੰਦਾ ਬੇਟੇ? ਦੁਸ਼ਮਣ। ਤਾਂ ਦੁਸ਼ਮਣ ਦਾ ਉਲਟ ਕੀ ਹੋਊਗਾ? ਐਨਮੀ ਦਾ ਉਲਟ ਫਰੈਂਡ। 1 shell of the enemy hits his jeep। ਅਤੇ ਇੱਕ ਜਿਹੜਾ ਉਹਨਾਂ ਦੀ ਗਨ 'ਚੋਂ ਨਿਕਲਿਆ ਹੋਇਆ ਸ਼ਾਟ ਸੀ, ਉਹਨੇ ਕਿਹਨੂੰ ਹਿੱਟ ਕੀਤਾ? ਉਹ ਅਬਦੁਲ ਹਾਮਿਦ ਦੀ ਜੀਪ ਨੂੰ ਹਿੱਟ ਕੀਤਾ। ਦ ਬਰੇਵ ਹੀਰੋ ਫਾਲਸ ਡਾਊਨ। ਬਰੇਵ ਬਹਾਦਰ, ਹੀਰੋ ਨਾਇਕ ਨੂੰ ਕਹਿੰਦਾ, ਜਿਹੜੇ ਵੱਡੇ ਵੱਡੇ ਕਾਰਨਾਮੇ ਕਰਦਾ, ਖਾਸ ਕਾਰਨਾਮੇ ਕਰਦਾ। ਫਾਲਸ ਡਾਊਨ, ਨੀਚੇ ਡਿੱਗ ਪੈਂਦਾ। ਹੀ ਇਜ਼ ਬੈਡਲੀ ਵੂੰਡਡ ਹੁੰਦਾ ਜ਼ਖਮੀ ਹੋਣਾ ਬੇਟੇ, ਜ਼ਖਮ ਹੋ ਜਾਂਦੇ ਆ ਨਾ, ਆਪਣੇ ਕੱਟ ਲੱਗ ਜਾਂਦਾ। ਬੈਡਲੀ ਮੈਨੇ ਬੁਰੀ ਤਰ੍ਹਾਂ ਨਾਲ, ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ। ਬਟ ਹੀ ਡਜ਼ਨਟ ਲੂਜ਼ ਹਾਰਟ, ਲੇਕਿਨ ਉਹ ਦਿਲ ਨਹੀਂ ਛੱਡਦੇ। ਜਿਹੜੇ ਸਿਪਾਹੀ ਹੁੰਦੇ ਆ ਨਾ ਬੇਟੇ, ਜਿਹੜੇ ਫੌਜ 'ਚ ਫੌਜੀ ਹੁੰਦੇ ਆ, ਜਿਹੜੇ ਬਾਰਡਰ 'ਤੇ ਰਹਿ ਕੇ ਸਾਡੀ ਸੇਫਟੀ ਲਈ, ਸਿਕਿਉਰਿਟੀ ਲਈ ਲੜਦੇ ਹੈਗੇ ਆ, ਉਹ ਬਹੁਤ ਬਹਾਦਰ ਹੁੰਦੇ ਆ। ਉਹ ਛੋਟੀ ਛੋਟੀ ਗੱਲ 'ਤੇ ਦਿਲ ਨਹੀਂ ਛੱਡਦੇ, ਅਤੇ ਇਸ ਤਰੀਕੇ ਨਾਲ ਸਾਨੂੰ ਵੀ ਦਿਲ ਨਹੀਂ ਛੱਡਣਾ ਚਾਹੀਦਾ। ਬਟ ਹੀ ਡਜ਼ਨਟ ਲੂਜ਼ ਹਾਰਟ, ਲੇਕਿਨ ਉਹ ਦਿਲ ਨਹੀਂ ਛੱਡਦਾ। ਚਾਹੇ ਉਹਨਾਂ ਨੂੰ ਨਿਸ਼ਾਨ ਲੱਗਿਆ, ਉਹਨਾਂ ਨੂੰ ਗੋਲੀ ਲੱਗਦੀ ਆ, ਉਹ ਥੱਲੇ ਵੀ ਡਿੱਗ ਪੈਂਦੇ ਆ, ਲੇਕਿਨ ਉਹ ਦਿਲ ਨਹੀਂ ਛੱਡਦੇ। ਉਹ ਕੀ ਕਰਦੇ ਆ? ਹੀ ਆਰਡਰਸ ਹਿਜ਼ ਸੋਲਜਰਸ ਮੂਵ ਫਾਰਵਰਡ ਫਾਈਟ ਔਨ। ਉਹ ਆਪਣੇ ਫੌਜੀਆਂ ਨੂੰ, ਆਪਣੇ ਸਿਪਾਹੀਆਂ ਨੂੰ ਹੁਕਮ ਦਿੰਦੇ ਆ, ਮੂਵ ਫਾਰਵਰਡ, ਅੱਗੇ ਵਧੋ, ਫਾਈਟ ਔਨ, ਲੜਾਈ ਜਾਰੀ ਰੱਖੋ। ਮਤਲਬ ਇੱਕ ਜਿਹੜਾ ਇੱਕ ਹੈੱਡ ਹੁੰਦਾ, ਦੇਖੋ ਹੁਣ ਇੱਥੇ ਜਿਹੜਾ ਸੀ ਆਪਣੀ ਕੰਪਨੀ ਨੂੰ ਮਾਰਚ ਫਾਰਵਰਡ ਕੌਣ ਕਰਾ ਰਿਹਾ ਸੀ? ਅਬਦੁਲ ਹਾਮਿਦ ਲੈ ਕੇ ਚੱਲ ਰਹੇ ਸੀ। ਉਹਨਾਂ ਨੂੰ ਗੋਲੀ ਵੀ ਲੱਗ ਗਈ ਆ, ਉਹ ਜ਼ਖਮੀ ਵੀ ਹੋ ਗਿਆ, ਲੇਕਿਨ ਉਹਨਾਂ ਨੇ ਫਿਰ ਵੀ ਦਿਲ ਨਹੀਂ ਛੱਡਿਆ। ਉਹ ਕੀ ਕਹਿੰਦੇ ਆ? ਉਹ ਕਹਿੰਦੇ ਆ ਹੀ ਆਰਡਰਸ ਹਿਜ਼ ਸੋਲਜਰਸ। ਉਹ ਆਪਣੇ ਸਿਪਾਹੀਆਂ ਨੂੰ ਆਰਡਰ ਦਿੰਦੇ ਆ ਕਿ ਤੁਸੀਂ ਅੱਗੇ ਵਧੋ, ਲੜਦੇ ਰਹੋ। ਅਜੀਤ ਸੁਣ ਰਿਹਾ ਨਾ ਸਟੋਰੀ ਨੂੰ, ਉਹ ਕੀ ਕਹਿੰਦਾ? ਵਾਟ ਅ ਬਰੇਵ ਸੋਲਜਰ ਹੀ ਵਾਸ। ਕਿੰਨਾ ਬਹਾਦਰ ਸਿਪਾਹੀ ਸੀ ਉਹ। ਮਤਲਬ ਹੈਰਾਨੀ ਹੁੰਦੀ ਹੈ ਨਾ ਸੁਣ ਕੇ ਕਿ ਗੋਲੀ ਲੱਗਣ ਦੇ ਬਾਵਜੂਦ ਵੀ ਕੋਈ ਆਪਣਾ ਹੌਸਲਾ ਨਹੀਂ ਛੱਡ ਰਿਹਾ। ਮਿਸਟਰ ਵਰਮਾ ਕੀ ਕਹਿੰਦੇ ਆ? ਯੈਸ ਇਨਡੀਡ, ਇਨਡੀਡ ਮੈਨੇ ਵਾਸਤਵ ਦੇ ਵਿੱਚ,
ਅਸਲ ਦੇ ਵਿੱਚ ਬਿਲਕੁਲ ਸਹੀ ਕਿਹਾ। ਹੀ ਸੋਲਜਰਸ ਲਵਡ ਹਿਮ, ਉਹਦੇ ਸਿਪਾਹੀ ਉਹਨੂੰ ਪਿਆਰ ਕਰਦੇ ਸੀ। ਦੇ ਓਬੇਡ ਹੀਜ਼ ਆਰਡਰਸ ਐਂਡ ਫੌਟ ਬਰੇਵਲੀ, ਉਹਨਾਂ ਨੇ ਉਹਦੇ ਆਰਡਰਸ ਨੂੰ, ਉਹਦੇ ਹੁਕਮਾਂ ਨੂੰ ਪਾਲਣਾ ਕੀਤੀ। ਆਰਡਰਸ ਕੀ ਹੁੰਦੇ ਆ ਬੇਟੇ? ਹੁਕਮ। ਜਿਵੇਂ ਕਿ ਤੁਹਾਨੂੰ ਤੁਹਾਡੇ ਮੰਮੀ ਪਾਪਾ ਕੋਈ ਗੱਲ ਕਹਿੰਦੇ ਆ ਤਾਂ ਇੱਕ ਤਰ੍ਹਾਂ ਦਾ ਤੁਹਾਨੂੰ ਕਹਿਣਾ ਮੰਨਣਾ ਚਾਹੀਦਾ, ਆਰਡਰ ਹੁੰਦੇ ਆ। ਤੁਹਾਡੇ ਟੀਚਰ, ਤੁਹਾਡੇ ਪ੍ਰਿੰਸੀਪਲਸ ਤੁਹਾਨੂੰ ਕੁਛ ਵੀ ਕਹਿੰਦੇ ਆ, ਆਰਡਰ ਤੁਹਾਨੂੰ ਓਬੇ ਕਰਨਾ ਚਾਹੀਦਾ। ਓਬੇ ਕੀ ਹੁੰਦਾ? ਆਗਿਆ ਦਾ ਪਾਲਣ ਕਰਨਾ। ਐਂਡ ਫੌਟ ਬਰੇਵਲੀ, ਤੇ ਉਹ ਬਹਾਦਰੀ ਨਾਲ ਲੜੇ। ਸਮ ਮੋਰ ਟੈਂਕਸ ਆਫ ਦ ਐਨਮੀ ਵਰ ਡਿਸਟਰੋਇਡ। ਡਿਸਟਰੋਏ ਮੈਨੇ ਹੁੰਦਾ ਨਸ਼ਟ ਕਰਨਾ, ਤੇ ਡਿਸਟਰੋਇਡ ਕੀ ਹੁੰਦਾ? ਨਸ਼ਟ ਕੀਤਾ। ਸਮ ਮੋਰ ਟੈਂਕਸ ਆਫ ਦ ਐਨਮੀ ਵਰ ਡਿਸਟਰੋਇਡ, ਜਿਹੜੇ ਦੁਸ਼ਮਣਾਂ ਦੇ ਕੁਝ ਹੋਰ ਟੈਂਕ ਸੀ ਉਹ ਵੀ ਨਸ਼ਟ ਕਰ ਦਿੱਤੇ ਗਏ। ਦ ਪਾਕਿਸਤਾਨੀ ਸੋਲਜਰਸ ਗੌਟ ਐਫਰੇਡ, ਵੀ ਪਾਕਿਸਤਾਨੀ ਸੋਲਜਰਸ ਜਿਹੜੇ ਹੈਗੇ ਆ ਉਹ ਇੰਨੇ ਡਰ ਗਏ ਬਈ ਜਿਹੜੇ ਇਹ ਅਬਦੁਲ ਹਾਮਿਦ ਤੇ ਉਹਦੇ ਜਿਹੜੇ ਸੋਲਜਰਸ ਹੈਗੇ ਆ, ਫੌਜੀ ਸਾਥੀ ਹੈਗੇ ਆ, ਉਹ ਤਾਂ ਆਪਣੀਆਂ ਗਨਸ ਦੇ ਨਾਲ ਹੀ ਟੈਂਕਸ ਉਡਾਈ ਜਾ ਰਹੇ ਆ। ਤੇ ਇਸ ਤਰ੍ਹਾਂ ਡਰ ਕੇ ਜਿਹੜੇ ਸੀ ਦੇ ਫਲੈਡ ਅਵੇ, ਉਹ ਨੱਸ ਗਏ, ਉਹ ਭੱਜ ਗਏ। ਦੇ ਰਸ਼ਡ ਅਵੇ। ਦਿਸ ਬਰੇਵ ਸੋਲਜਰ ਆਫ ਦ ਇੰਡੀਅਨ ਆਰਮੀ ਡਾਈਡ ਫॉर ਹਿਜ਼ ਕੰਟਰੀ। ਸੋ ਸੈਡ, ਕਿ ਜਿਹੜਾ ਇਹ ਬਹਾਦਰ ਸਿਪਾਹੀ ਆ, ਭਾਰਤੀ ਫੌਜ ਦਾ ਬਹਾਦਰ ਸਿਪਾਹੀ ਸੀ, ਉਹ ਦੇਸ਼ ਲਈ ਕੁਰਬਾਨ ਹੋ ਗਿਆ। ਡਾਈ ਮੈਨੇ ਮਰ ਜਾਣਾ ਹੁੰਦਾ, ਡਾਈਡ ਮੈਨੇ ਮਰ ਗਿਆ ਹੁੰਦਾ। ਲੇਕਿਨ ਆਪਾਂ ਆਪਣੇ ਫੌਜੀਆਂ ਦੇ ਲਈ ਮਰ ਗਿਆ ਸ਼ਬਦ ਇਸਤੇਮਾਲ ਨਹੀਂ ਕਰਨਾ। ਅਸੀਂ ਕੀ ਇਸਤੇਮਾਲ ਕਰਨਾ ਕਿ ਉਹ ਸ਼ਹੀਦ ਹੋ ਗਏ, ਸਾਡੇ ਦੇਸ਼ ਦੇ ਲਈ ਉਹਨਾਂ ਨੇ ਜਾਨ ਕੁਰਬਾਨ ਕਰ ਦਿੱਤੀ। ਹੀ ਵਾਜ਼ ਅਵਾਰਡਡ ਦਾ ਪਰਮਵੀਰ ਚੱਕਰ ਪੋਸਥੂਮਾਉਸਲੀ। ਦੇਖੋ ਆ ਵਰਡ ਤੁਹਾਡੇ ਲਈ ਨਵਾਂ ਬੇਟੇ, ਪੋਸਥੂਮਾਉਸਲੀ। ਪੋਸਥੂਮਾਉਸਲੀ ਕੀ ਹੁੰਦਾ? ਮਰਨ ਉਪਰੰਤ, ਕਿ ਜਦੋਂ ਉਹਨਾਂ ਦੀ ਡੈਥ ਹੋ ਗਈ ਸੀ, ਜਦੋਂ ਉਹ ਸ਼ਹੀਦ ਹੋ ਗਏ ਸੀ, ਤਾਂ ਭਾਰਤ ਸਰਕਾਰ ਨੇ, ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ। ਸਭ ਤੋਂ ਵੱਡਾ ਜਿਹੜਾ ਗੈਲੈਂਟਰੀ ਅਵਾਰਡ ਹੈ ਇਹ ਵਾਲਾ, ਜਿਹੜਾ ਫੌਜ ਦੇ ਵਿੱਚ ਮਿਲਦਾ। ਲੇਕਿਨ ਇਹ ਉਹਨਾਂ ਨੂੰ ਕਦੋਂ ਮਿਲਿਆ ਸੀ? ਉਹਨਾਂ ਦੀ ਡੈਥ ਤੋਂ, ਸ਼ਹਾਦਤ ਤੋਂ ਬਾਅਦ ਮਿਲਿਆ ਸੀ। ਹਿਜ਼ ਨੇਮ ਵਿਲ ਆਲਵੇਜ਼ ਰਿਮੈਂਬਰਡ ਬਾਈ ਦ ਪੀਪਲ ਆਫ ਹਿਜ਼ ਕੰਟਰੀ। ਜਿਹੜੇ ਅਬਦੁਲ ਹਾਮਿਦ ਦਾ ਨਾਮ ਹੈ ਉਹ ਦੇਸ਼ ਦੇ ਲੋਕਾਂ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਰਿਮੈਂਬਰ ਕੀ ਹੁੰਦਾ? ਯਾਦ ਕਰਨਾ। ਇਹਦਾ ਉਲਟ ਕੀ ਹੋਏਗਾ? ਫੋਰਗੈਟ। ਫੋਰਗੈਟ ਕੀ ਹੁੰਦਾ? ਭੁੱਲ ਜਾਣਾ। ਸਾਨੂੰ ਆਪਣੇ ਸ਼ਹੀਦਾਂ ਨੂੰ, ਆਪਣੇ ਫੌਜੀਆਂ ਨੂੰ ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ। ਹਿਜ਼ ਵਿਲੇਜ ਹੈਜ਼ ਬੀਨ ਨੇਮਡ ਹਾਮਿਦ ਧਾਮ ਆਫਟਰ ਹਿਜ਼ ਨੇਮ। ਤੇ ਦੇਖੋ ਉਹਦੇ ਪਿੰਡ ਦਾ ਨਾਮ ਵੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਹਾਮਿਦ ਧਾਮ ਰੱਖ ਦਿੱਤਾ ਗਿਆ। ਕਿੰਨੀ ਸੋਹਣੀ ਗੱਲ ਹੈ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਬੱਚਿਓ ਕਿ ਅਬਦੁਲ ਹਾਮਿਦ ਨੇ ਦੇਸ਼ ਦੇ ਲਈ ਕਿੰਨੀ ਬਹਾਦਰੀ ਦੇ ਨਾਲ ਲੜਦੇ ਹੋਏ ਜਿਹੜੀ ਹੈ ਕੁਰਬਾਨੀ ਦਿੱਤੀ ਸੀ, ਸ਼ਹਾਦਤ ਦਿੱਤੀ ਸੀ। ਆਪਾਂ ਨੂੰ ਵੀ ਜਿਹੜਾ ਹਮੇਸ਼ਾ ਬਹਾਦਰ ਬਣ ਕੇ ਰਹਿਣਾ ਚਾਹੀਦਾ, ਦੇਸ਼ ਦੇ ਬਾਰੇ ਸੋਚਣਾ ਚਾਹੀਦਾ। ਤੁਸੀਂ ਉਹ ਸੁਣਿਆ ਹੋਣੀ ਹੈ ਨਾ ਲਾਈਨਾਂ कि शहीदों की चिताओं पर लगेंगे हर बरस मेले, वतन पर मिटने वालों का यही बाकी निशान होगा। हाँ जी बच्चों, तो हुण तुसी स्टोरी सुनी ना अब्दुल हामिद ब्रेव सोल्जर की। तो उन्हां बारे जे कोई गल तुसी लिखनी होवे तो सब तो पहली गल तो यही है कि ही हामिद वाज अ क्रैक शॉट, कि उन्हां दा निशाना बहुत पक्का सी। ही वाज अ ब्रेव सोल्जर, और बहुत बहादुर सिपाही सी। ही डिड नॉट लूज हार्ट, ਉਹਨਾਂ ਨੇ ਦਿਲ ਨਹੀਂ ਸੀ ਛੱਡਿਆ। ਹੀ ਸੋਲਜਰਸ ਲਵਡ ਹਿਮ, ਉਹਨਾਂ ਦੇ ਜਿਹੜੇ ਸਿਪਾਹੀ ਸੀ ਉਹਨਾਂ ਨੂੰ ਪਿਆਰ ਕਰਦੇ ਸੀ। ਹਿਜ਼ ਨੇਮ ਵਿਲ ਆਲਵੇਜ਼ ਬੀ ਰਿਮੈਂਬਰਡ, ਉਹਨਾਂ ਦਾ ਜਿਹੜਾ ਨਾਮ ਹੈ ਹਮੇਸ਼ਾ ਯਾਦ ਰੱਖਿਆ ਜਾਏਗਾ। ਤਾਂ ਬੇਟੇ ਤੁਸੀਂ ਅਬਦੁਲ ਹਾਮਿਦ ਬਾਰੇ ਲਿਖਣਾ, ਇਹ ਤਾਂ 5 ਸੈਂਟੈਂਸਿਸ ਹੈ। ਤੁਸੀਂ ਟਰਾਈ ਕਰਨਾ ਹੈ ਕਿ ਤੁਸੀਂ ਇਸ ਤੋਂ ਜ਼ਿਆਦਾ ਸੈਂਟੈਂਸਿਸ ਜਿਹੜੇ ਆਪਣੀ ਨੋਟਬੁੱਕ 'ਤੇ ਲਿਖੋ। ਠੀਕ ਹੈ ਬੇਟੇ, ਚਲੋ ਮੈਂ ਤੁਹਾਨੂੰ ਹੁਣ ਅੱਗੇ ਦੀ ਐਕਸਰਸਾਈਜ਼ ਕਰਾਉਣੀ ਆ। ਹਾਂਜੀ ਬੇਟੇ, ਤਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਕਿਹਾ ਸੀ ਨਾ ਕਿ ਤੁਸੀਂ ਮੇਰੇ ਵਰਡਸ ਜਿਹੜੇ ਆ ਉਹ ਧਿਆਨ ਨਾਲ ਸੁਣੋ, ਕਿਉਂਕਿ ਆਪਾਂ ਇਸ ਤੋਂ ਬਾਅਦ ਇਹਦੇ ਆਪੋਜ਼ਿਟ ਵਰਡਸ ਵੀ ਕਰਾਂਗੇ, ਇਹਦੇ ਮੀਨਿੰਗਸ ਵੀ ਕਰਾਂਗੇ। ਮੈਂ ਤੁਹਾਨੂੰ, ਤੁਸੀਂ ਮੈਚ ਤਾਂ ਖੁਦ ਹੀ ਕਰੋਗੇ ਆਪੋਜ਼ਿਟ ਵਰਡਸ ਵਿੱਚ, ਲੇਕਿਨ ਮੈਂ ਤੁਹਾਨੂੰ ਹਰੇਕ ਵਰਡ ਦਾ ਮੀਨਿੰਗ ਬੋਲਦੀ ਹਾਂ ਅਤੇ ਮੈਂ ਚਾਹੂੰਗੀ ਕਿ ਤੁਸੀਂ ਜ਼ਰੂਰ ਲਿਖੋ। ਤਾਂ ਫਸਟ ਇੱਥੇ ਹੈਗਾ ਫਾਰ। ਫਾਰ ਕੀ ਹੁੰਦਾ? ਦੂਰ। ਡਾਈ। ਡਾਈ ਕੀ ਹੁੰਦਾ? ਮਰ ਜਾਣਾ। ਫਾਲ। ਫਾਲ ਹੁੰਦਾ ਡਿੱਗਣਾ। ਵਾਰ। ਵਾਰ ਕੀ ਹੁੰਦਾ? ਲੜਾਈ। ਡਾਊਨ ਨੀਚੇ। ਬਰੇਵ ਬਹਾਦਰ। ਬਿਗੈਸਟ ਸਭ ਤੋਂ ਵੱਡਾ। ਫਾਰਵਰਡ ਅੱਗੇ। ਡੇਂਜਰਸ ਖਤਰਨਾਕ। ਅਪ ਉੱਪਰ। ਰਾਈਜ਼ ਉੱਪਰ ਚੱਕਣਾ। ਲਿਵ ਜਿਉਣਾ। ਸੇਫ ਸੁਰੱਖਿਅਤ। ਨੀਅਰ ਨੇੜੇ। ਪੀਸ ਸ਼ਾਂਤੀ। ਸਮੋਲੈਸਟ ਸਭ ਤੋਂ ਛੋਟਾ। ਕਾਵਰਲੀ ਡਰਪੋਕ। ਕਾਵਰ ਡਰਪੋਕ ਨੂੰ ਕਹਿੰਦੇ ਕਾਵਰਲੀ, ਡਰ ਦੇ ਨਾਲ। ਬੈਕਵਰਡ ਪਿੱਛੇ। ਤਾਂ ਤੁਸੀਂ ਹੁਣ ਮੇਰੇ ਕੋਲੋਂ ਮੀਨਿੰਗ ਸੁਣ ਲਏ, ਧਿਆਨ ਨਾਲ ਸੁਣੇ ਹੋਣੇ ਆ, ਤਾਂ ਤੁਸੀਂ ਹੁਣ ਇਹਨਾਂ ਨੂੰ ਆਪਣੀ ਨੋਟਬੁੱਕ 'ਤੇ ਲਿਖ ਕੇ ਅਤੇ ਮੈਚ ਕਰਨਾ ਆਪੋਜ਼ਿਟ ਜਿਹੜੇ ਵਰਡਸ ਹੋਣਗੇ।
हाँ जी बच्चों, ਤਾਂ ਹੁਣ ਮੈਂ ਤੁਹਾਨੂੰ ਕਾਲਮ A ਤੇ ਕਾਲਮ B ਦੇ ਵਿੱਚ ਕੁਝ ਵਰਡਸ ਦੱਸ ਰਹੀ ਹਾਂ ਅਤੇ ਮੈਂ ਤੁਹਾਨੂੰ ਇਹਨਾਂ ਦੇ ਮੀਨਿੰਗ ਦੱਸੂਗੀ ਅਤੇ ਤੁਸੀਂ ਇਹਨਾਂ ਦੇ ਇੱਕ ਜਿੰਨੇ ਵੀ ਤੁਸੀਂ ਮੇਰੇ ਕੋਲੋਂ ਆਪੋਜ਼ਿਟ ਵਰਡਸ ਦੇ ਵਿੱਚ ਸੁਣੇ ਹੈਗੇ ਆ ਉਹਨਾਂ ਸਭ ਦੇ ਵੀ ਸੈਂਟੈਂਸਿਸ ਬਣਾਉਣੇ ਆ ਅਤੇ ਜਿਹੜੇ ਇਹ ਵਾਲੇ ਵਰਡਸ ਆ ਕਾਲਮ A ਕਾਲਮ B 'ਚ ਇਹਨਾਂ ਨੂੰ ਮੈਚ ਵੀ ਕਰਨਾ ਅਤੇ ਸੈਂਟੈਂਸਿਸ ਵੀ ਬਣਾਉਣੇ ਆ। ਓਬੇ ਕੀ ਹੁੰਦਾ? ਆਗਿਆ ਦਾ ਪਾਲਣ ਕਰਨਾ। ਐਫਰਿਡ ਡਰਨਾ। ਅਵਾਰਡ ਸਨਮਾਨ, ਸਪੈਸ਼ਲ, ਖਾਸ, ਬਾਰਡਰ ਦੋ ਦੇਸ਼ਾਂ ਦੇ ਵਿੱਚ ਖਿੱਚੀ ਗਈ ਲਾਈਨ, ਸੋਲਜਰ ਸਿਪਾਹੀ, ਡੈਮੇਜ ਨੁਕਸਾਨ ਪਹੁੰਚਾਉਣਾ, ਪੋਸਟਮਾਊਸਲੀ ਮਰਨ ਉਪਰੰਤ, ਪ੍ਰਾਈਜ਼ ਇਨਾਮ, ਕੌਜ਼ ਹਾਰਮ ਨੁਕਸਾਨ ਪਹੁੰਚਾਉਣਾ, ਫੀਲਿੰਗ ਫੀਅਰ ਡਰ ਮਹਿਸੂਸ ਕਰਨਾ, ਟੂ ਡੂ ਐਜ਼ ਟੋਲਡ ਟੂ ਡੂ ਉਵੇਂ ਕਰਨਾ ਜਿਵੇਂ ਕਿ ਕਰਨ ਲਈ ਕਿਹਾ ਜਾਵੇ, ਮੈਂਬਰ ਆਫ ਐਨ ਆਰਮੀ ਫੌਜ ਦਾ ਇੱਕ ਹਿੱਸਾ, ਫੌਜ ਦਾ ਇੱਕ ਮੈਂਬਰ, ਹੈਪਨਿੰਗ ਆਫਟਰ ਡੈਥ ਮੌਤ ਤੋਂ ਬਾਅਦ ਵਾਪਰਨਾ, ਇਹ ਲਾਈਨ ਡਿਵਾਈਡਿੰਗ ਟੂ ਕੰਟਰੀਜ਼ ਦੋ ਦੇਸ਼ਾਂ ਨੂੰ ਵੰਡਣ ਵਾਲੀ ਇੱਕ ਰੇਖਾ, ਨਾਟ ਆਰਡੀਨਰੀ ਖਾਸ ਆਮ ਨਾ ਹੋਣਾ, ਡਿਫਰੈਂਟ ਫਰੋਮ ਯੂਜ਼ੂਅਲ ਸਧਾਰਨ ਨਾਲੋਂ ਵੱਖਰਾ ਹੋਣਾ। ਤਾਂ ਇਸ ਤਰੀਕੇ ਨਾਲ ਮੈਂ ਤੁਹਾਨੂੰ ਇਹ ਵੀ ਮੀਨਿੰਗ ਦੱਸੇ, ਲੇਕਿਨ ਮੈਂ ਚਾਹੂੰਗੀ ਜਿਵੇਂ ਤੁਹਾਨੂੰ ਦੇਖੋ ਓਬੇ ਹੈ, ਓਬੇ ਮਤਲਬ ਹੁੰਦਾ ਆਗਿਆ ਦਾ ਪਾਲਨ ਕਰਨਾ, ਲੇਕਿਨ ਇੱਧਰੋਂ ਜਦੋਂ ਆਪਾਂ ਦੇਖਾਂਗੇ ਤਾਂ ਆਪਾਂ ਦੇਖਾਂਗੇ ਟੂ ਡੂ ਐਜ਼ ਟੋਲਡ ਟੂ ਡੂ ਵੀ ਉਵੇਂ ਕਰਨਾ ਜਿਵੇਂ ਕਿ ਕਿਹਾ ਗਿਆ, ਤਾਂ ਅਸੀਂ ਇਹਨਾਂ ਨੂੰ ਮਿਲਾ ਦਾਂਗੇ ਆਪਸ ਦੇ ਵਿੱਚ, ਠੀਕ ਹੈ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਮੇਰੇ ਵਰਡ ਸੁਣ ਲਿਆ ਸਾਰੇ, ਤੁਸੀਂ ਇਹਨਾਂ ਨੂੰ ਮੈਚ ਕਰਿਆ ਜੀ। ਹਾਂਜੀ ਬੱਚਿਓ, ਤਾਂ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਾਰੀ ਸਟੋਰੀ ਸਮਝ ਆਈ ਹੋਊਗੀ। ਇਸ ਲੈਸਨ ਦੇ ਪਿੱਛੇ ਹੋਰ ਬਹੁਤ ਸਾਰੀ ਐਕਸਰਸਾਈਜ਼ ਵਰਕ ਹੈਗਾ, ਵੋਕੈਬਲਰੀ ਹੈਗੀ ਹੈ। ਮੈਂ ਜੇ ਤੁਸੀਂ ਇਸ ਵੀਡੀਓ ਨੂੰ ਪੂਰਾ ਐਂਡ ਤੱਕ ਦੇਖ ਰਹੇ ਹੋ, ਸੁਣ ਰਹੇ ਹੋ, ਤਾਂ ਜੇ ਤੁਸੀਂ ਮੈਨੂੰ ਕਮੈਂਟਸ ਵਿੱਚ ਇਹ ਦੱਸੋਗੇ ਕਿ ਪਿਛਲੀ ਐਕਸਰਸਾਈਜ਼ ਵੀ ਸਾਨੂੰ ਸੋਲਵ ਕਰਵਾਓ, ਤਾਂ ਮੈਂ ਉਹਦੇ ਲਈ ਇੱਕ ਹੋਰ ਵੀਡੀਓ ਤਿਆਰ ਕਰੂੰਗੀ। ਤੁਸੀਂ ਮੈਨੂੰ ਕਮੈਂਟਸ ਵਿੱਚ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਸਮਝ ਆਈ ਆ, ਇਹ ਤੁਹਾਨੂੰ ਸਟੋਰੀ ਸਮਝ ਆਈ ਆ, ਵੀਡੀਓ ਤੁਹਾਨੂੰ ਚੰਗੀ ਲੱਗੀ ਹੈ, ਅਤੇ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਲੈਸਨਸ ਦੀ ਜਿਹੜੀਆਂ ਐਕਸਰਸਾਈਜ਼ਿਜ਼ ਹੈ ਉਹ ਵੀ ਤੁਹਾਨੂੰ ਕਰਵਾਇਆ ਕਰਾਂ। ਇਫ ਯੂ ਵਾਂਟ ਦੈਟ ਦੈਨ ਆਈ ਵਿਲ ਡੂ ਦੈਟ। ਜੇ ਤੁਸੀਂ ਇਹ ਚਾਹੁੰਦੇ ਹੋ ਮੈਨੂੰ ਕਮੈਂਟਸ ਜ਼ਰੂਰ ਦੱਸੋ ਅਤੇ ਮੈਂ ਤੁਹਾਨੂੰ ਉਹ ਵੀ ਸੋਲਵ ਕਰਵਾਉਂਗੀ ਅਤੇ ਉਹਦੇ ਲਈ ਵੀ ਇੱਕ ਵੀਡੀਓ ਬਣਾਉਂਗੀ। ਲੇਕਿਨ ਮੈਂ ਇਹ ਵੀ ਚਾਹੁੰਦੀ ਹਾਂ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਠੀਕ ਹੈ, ਬੈਲ ਆਈਕਨ ਪ੍ਰੈਸ ਕਰਕੇ ਰੱਖੋ ਤਾਂ ਕਿ ਜਦੋਂ ਵੀ ਕੋਈ ਵੀਡੀਓ ਅਸੀਂ ਅਪਲੋਡ ਕਰੀਏ ਤਾਂ ਤੁਹਾਨੂੰ ਉਸ ਸਮੇਂ ਜਿਹੜਾ ਪਤਾ ਚੱਲ ਜਾਵੇ। ਤਾਂ ਤੁਹਾਨੂੰ ਇਹ ਵੀ ਪਤਾ ਕਿ ਇੰਗਲਿਸ਼ ਦੇ ਨਾਲ ਨਾਲ ਆਪਣੇ ਚੈਨਲ ਦੇ ਉੱਤੇ ਇਕਨੋਮਿਕਸ ਦੀਆਂ, ਮੈਥਸ ਦੀਆਂ, ਹਿਸਟਰੀ ਦੀਆਂ, SST ਦੀਆਂ ਸਾਰੀਆਂ ਵੀਡੀਓਜ਼ ਜਿਹੜੀਆਂ ਨੇ, ਸਾਰਾ ਸਟੱਡੀ ਮਟੀਰੀਅਲ ਅਵੇਲੇਬਲ ਹੈਗਾ ਐਂਡ ਤੁਸੀਂ ਇਹ ਸਾਰੀਆਂ ਵੀਡੀਓਜ਼ ਨੂੰ ਦੇਖਣਾ, ਵਰਕ ਨੂੰ ਕਰਨਾ, ਠੀਕ ਹੈ ਬੇਟੇ। ਤਾਂ ਇਸੇ ਉਮੀਦ ਦੇ ਵਿੱਚ ਕਿ ਤੁਸੀਂ ਇਹਦਾ ਜਿਹੜਾ ਤਰੀਕਾ ਹੈ ਸਟੱਡੀ ਦਾ ਹੁਣ ਔਨਲਾਈਨ ਚੱਲ ਰਿਹਾ, ਤੁਸੀਂ ਇਹਨੂੰ ਇੰਜੋਏ ਕਰ ਰਹੇ ਹੋਵੋਗੇ, ਕੰਮ ਕਰ ਰਹੇ ਹੋਵੋਗੇ। ਚਲੋ ਫਿਰ ਬਾਏ ਬੇਟੇ, ਸੀ ਯੂ, ਟੇਕ ਕੇਅਰ, ਬੀ ਹੈਪੀ।